ਇੱਕ ਓੰਕਾਰ ਸਤ ਗੁਰ ਪ੍ਰਸਾਦਿ। ਜੀ ਜੀ ਤੁਮਰੀ ਧਿਆਨ ਕੋ नित उठती आई हैं संत। अंत लहेंगे मुक्त फल पावहेंगे भगवंत। नानक संत मिलै सच पाइयै। ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਗੁਰ ਕਿਰਪਾ ਦੁਆਰਾ, ਅੱਜ ਦਾ ਜੋ ਸਾਹਿਬ ਦਾ ਫੁਰਮਾਨ ਹੈ ਵह ਗੁਰਬਾਣੀ ਹੈ, ਜਿਸ ਦੀ ਵਿਚਾਰ ਆਪਾਂ ਗੁਰ ਕਿਰਪਾ ਦੁਆਰਾ ਕਰਾਂਗੇ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼। ਉਸ ਵੇਲੇ ਇਹ ਮੱਤਾਂ ਬੜੀਆਂ ਪ੍ਰਚਲਿਤ ਸਨ, ਅੱਜ ਵੀ ਹਨ। ਜਿਨ੍ਹਾਂ ਨੇ ਧਰਮ ਦੇ ਅੰਦਰ ਇਸ ਗੱਲ ਦਾ ਦਾਅਵਾ ਕੀਤਾ ਕਿ ਸਾਨੂੰ ਆਕਾਸ਼ਬਾਣੀ ਸੁਣਦੀ ਹੈ। ਸਿੱਧ ਵੀ ਆਖਦੇ ਸਨ, ਪੀਰ ਵੀ ਆਖਦੇ ਸੀ, ਸੁਰ ਦੇਵਤੇ ਤੇ ਨਾਥ ਨੌਨਾਥ ਹੋਏ ਨੇ। ਇਹਨਾਂ ਨੇ ਵੀ ਆਖਿਆ ਕਿ ਸਾਨੂੰ ਤੁਰਕੀ ਬਾਣੀ ਸੁਣਦੀ ਹੈ, ਜਿਹਨੂੰ ਆਕਾਸ਼ਬਾਣੀ ਕਹਿੰਦੇ ਆ। ਜਿਹੜੇ ਸਿੱਧ ਸੀ ਉਹ ਹੈ ਤਾਂ ਉਹ ਵੀ ਸਨਾਤਨ ਮੱਤ ਦੇ ਹੀ ਪੈਰੋਪਕਾਰ ਸਨ, ਸਿਰਫ ਬਾਹਰਲਾ ਭੇਖ ਕੁਛ ਬਦਲਿਆ। ਕੁਛ ਪੀਰ ਸਨ ਜਿਹੜੇ ਕਲਾਮ ਮੁਸਲਮਾਨਾਂ ਵਾਲਾ ਪੜ੍ਹਦੇ ਸੀ, ਤੇ ਬਾਕੀ ਰਹੁ ਰੀਤੀਆਂ ਉਹਨਾਂ ਦੀਆਂ ਸਨਾਤਨ ਮੱਤ ਵਾਲੀਆਂ ਹੀ ਸਨ। ਤੇ ਸੁਰ ਹੁੰਦੇ ਨੇ ਦੇਵਤੇ, ਦੇਵਤੇ ਕਹਿੰਦੇ ਆ ਜਿਹੜੇ ਆਮ ਲੋਕਾਂ ਨਾਲੋਂ ਜ਼ਿਆਦਾ ਗਿਆਨ ਰੱਖਣ ਵਾਲੇ ਪੁਰਸ਼ ਹੁੰਦੇ, ਮਨੁੱਖ ਹੀ ਨੇ, ਪਰ ਥੋੜ੍ਹੀ ਜਿਹੀ ਸੋਝੀ ਜ਼ਿਆਦਾ ਰੱਖਦੇ ਆ। ਪੂਰੀ ਸੋਝੀ ਨਹੀਂ ਹੁੰਦੀ, ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਹੈ। ਨੌ ਨਾਥ ਹੋਏ ਨੇ, 84 ਸਿੱਧ ਹੋਏ ਨੇ। ਨਾਥਾਂ ਦੇ ਕੰਨਾਂ ਦੇ ਵਿੱਚ ਮੁੰਦਰੀਆਂ ਪਾਈਆਂ ਹੋਈਆਂ ਸਨ। ਉਹਨਾਂ ਦਾ ਭੇਖ ਸਰੀਰਕ ਤੌਰ ਤੇ ਸਿੱਧਾਂ ਨਾਲੋਂ ਵੱਖਰਾ ਸੀ। ਗੋਰਖਨਾਥ, ਮਛੰਦਰਨਾਥ, ਭੰਗਰਨਾਥ, ਔਗੜਨਾਥ, ਗੋਪੀਨਾਥ, ਇਸ ਤਰ੍ਹਾਂ ਇਹਨਾਂ ਦੇ 9 ਨਾਥ ਹੋਏ ਨੇ। ਸੋ ਇਹਨਾਂ ਨੇ ਸਾਰਿਆਂ ਨੇ ਬੜੀਆਂ ਹੀ ਯੋਗ ਸਾਧਨਾਵਾਂ ਦੇ ਨਾਲ, ਧਿਆਨ ਸ਼ਕਤੀਆਂ ਦੇ ਨਾਲ ਆਪਣੇ ਸਰੀਰ ਦੀ ਸਾਧਨਾ ਕੀਤੀ, ਤੇ ਸਰੀਰ ਦੇ ਅੰਦਰ ਪੈਦਾ ਹੋਣ ਵਾਲੀਆਂ ਆਵਾਜ਼ਾਂ, ਉਹਨਾਂ ਆਵਾਜ਼ਾਂ ਨੂੰ ਹੀ ਨਾਦ ਸਮਝ ਲਿਆ ਕਿ ਨਾਦ ਸੁਣਦਾ, ਸਾਨੂੰ ਤੁਰਕੀ ਬਾਣੀ ਸੁਣਦੀ ਹੈ। ਉਹਨਾਂ ਹੀ ਤੁਰਕੀ ਬਾਣੀ ਬਣਾ ਕੇ, ਉਹਨਾਂ ਹੀ ਨਾਦਾਂ ਨੂੰ ਪ੍ਰਗਟ ਕਰਕੇ ਇਹਨਾਂ ਨੇ ਆਮ ਪਬਲਿਕ ਦੇ ਅੰਦਰ ਇਹ ਗੱਲ ਪ੍ਰਚਲਿਤ ਕਰ ਦਿੱਤੀ। ਸਮਾਧੀ ਲਾ ਕੇ ਬੈਠਣਾ, ਕਈ ਘੰਟੇ ਬੈਠੇ ਰਹਿਣਾ, ਆਮ ਪਬਲਿਕ ਦੇ ਉੱਪਰ ਇਸ ਗੱਲ ਦਾ ਪ੍ਰਭਾਵ ਪੈਂਦਾ ਹੈ, ਅੱਜ ਵੀ ਪੈਂਦਾ। ਮੈਂ ਪਿਛਲੇ ਵਿਚਾਰ ਵਿੱਚ ਵੀ ਆਖਿਆ ਸੀ ਵੀ ਸਾਡੇ ਤਾਂ ਜਿਹੜੇ ਲੋਕ ਨੇ ਧਰਮ ਜਗਤ ਦੇ ਅੰਦਰ, ਉਹ ਬੜੀ ਛੇਤੀ ਪ੍ਰਭਾਵਿਤ ਹੋ ਜਾਂਦੇ ਆ, ਕਿਉਂਕਿ ਧਰਮ ਇੱਕ ਐਸਾ ਵਿਸ਼ਾ ਹੈ ਜਿਹਦੇ ਵਿੱਚ ਸਭ ਤੋਂ ਵੱਧ ਭਰਮ ਫੈਲਾਇਆ ਜਾਂਦਾ ਹੈ। ਉਨਾ ਭਰਮ ਅਸੀਂ ਸੰਸਾਰ 'ਚ ਨਹੀਂ ਫੈਲਾ ਸਕਦੇ ਜਿੰਨਾ ਕਿ ਧਰਮ ਵਾਲੇ ਪਾਸੇ ਫੈਲਾਇਆ ਜਾਂਦਾ ਹੈ।
ਕਿਉਂਕਿ ਧਰਮ ਵਾਲੇ ਪਾਸੇ ਨੂੰ ਦਿਖਾਉਣ ਵਾਲੀ ਗੱਲ ਨਹੀਂ ਹੈ, ਸੰਸਾਰ 'ਚ ਤਾਂ ਦਿਖਾਇਆ ਜਾਂਦਾ ਹੈ। ਤੇ ਜਦੋਂ ਅਸੀਂ ਧਰਮ ਵਾਲੇ ਪਾਸੇ ਨੂੰ ਵੀ ਕਹਿੰਦੇ ਜੀ ਦਿਖਾਓ ਕੁਛ, ਤਾਂ ਸਾਨੂੰ ਜਦੇ ਕਹਿੰਦੇ ਨਹੀਂ ਜੀ ਇਹਦੇ ਵਿੱਚ ਦਿਸਦਾ ਕੁਛ ਨਹੀਂ, ਸ਼ੰਕਾ ਨਹੀਂ ਕਰੀਦੀ, ਤਰਕ ਨਹੀਂ ਕਰੀਦੇ। ਪਰ ਜਿਹੜਾ ਅਸਲ ਧਰਮ ਹੈ, ਜੋ ਸੱਚ ਧਰਮ ਹੈ, ਉਹਦੇ ਵਿੱਚ ਜੋ ਦਿਖਾਇਆ ਜਾਂਦਾ ਹੈ, ਜੋ ਉਹਦੇ ਵਿੱਚ ਪੇਖਿਆ ਜਾਂਦਾ ਹੈ, ਤਾਂ ਉਹ ਸਾਰੇ ਸੰਸਾਰ ਨੂੰ ਰੱਦ ਕਰਦਾ ਹੈ। ਹੁਣ ਸਾਰੇ ਸੰਸਾਰ ਨੂੰ ਰੱਦ ਕਰਨਾ ਬਹੁਤ ਔਖਾ ਹੈ, ਜਦ ਕਿ ਗੁਰਬਾਣੀ 'ਚ ਸਾਰੇ ਸੰਸਾਰ ਨੂੰ ਰੱਦ ਕੀਤਾ ਕਿ ਕੂੜ ਸਭ ਸੰਸਾਰ, ਸਾਰੇ ਸੰਸਾਰ ਨੂੰ ਝੂਠ ਕਰ ਦੇਣਾ ਬੜੀ ਵੱਡੀ ਗੱਲ ਹੈ। ਸਾਰੇ ਧਰਮਾਂ ਦੇ ਲੋਕ ਜਿਹੜੇ ਸੰਸਾਰੀ ਧਾਰਮਿਕ ਨੇ ਉਹ ਤਾਂ ਨਾਮ ਵੀ ਜਪਦੇ ਆ, ਸਨਾਤਨ ਮਤ ਵਾਲੇ ਵੀ ਆਪਣਾ ਜਪਦੇ, ਇਸਲਾਮ ਵਾਲੇ ਵੀ ਜਪਦੇ ਆ, ਈਸਾਈ ਵੀ ਜਪਦੇ ਆ, ਅੱਜ ਸਿੱਖ ਵੀ ਜਪਦੇ ਆ। ਉਸ ਵੇਲੇ ਪਾਤਸ਼ਾਹ ਕਹਿੰਦੇ ਆ ਬਿਨ ਨਾਵੈ ਜਗ ਕਮਲਾ ਫਿਰੈ, ਕਿ ਤੁਹਾਡੇ ਕੋਲ ਨਾਮ ਨਹੀਂ ਹੈ, ਸਾਰਾ ਸੰਸਾਰ ਹੀ ਕਮਲਾ ਹੋਇਆ ਫਿਰਦਾ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਪਰ ਉਹ ਤਾਂ ਰਾਮ ਰਾਮ ਕਰਦੇ ਸੀ। ਉਹਨਾਂ ਨੂੰ ਵੀ ਪਾਤਸ਼ਾਹ ਨੇ ਆਖਿਆ ਵੀ ਨਹੀਂ, ਇਹਦਾ ਮਤਲਬ ਫਿਰ ਕੁਝ ਹੋਰ ਹੈ ਗੱਲ। ਉਹ ਜਿਹੜੀ ਅਸਲੀਅਤ ਹੈ ਉਹ ਕਿਸੇ ਵਿਰਲੇ ਕੋਲ ਹੈ, ਉਹ ਹਰ ਇੱਕ ਕੋਲ ਨਹੀਂ ਹੈ। ਔਰ ਜਿਹੜਾ ਸੰਸਾਰੀ ਧਰਮ ਹੈ ਉਹ ਹਰੇਕ ਕੋਲ ਹੀ ਹੈ, ਉਹਦੇ ਵਿੱਚ ਤਾਂ ਹਰੇਕ ਹੀ ਖੜਾ ਹੈ। ਸੰਸਾਰੀ ਨਾਮ ਹਰੇਕ ਜਪ ਰਿਹਾ ਹੈ, ਪਰ ਨਿਰਾਕਾਰੀ ਨਾਮ ਹੈ ਜਿਹੜਾ ਉਹ ਕਿਸੇ ਵਿਰਲੇ ਕੋਲ ਹੈ। ਹੈਨ ਵਿਰਲੇ ਨਹੀਂ ਕਨੇ, ਫੈਲ ਫੱਕੜ ਸੰਸਾਰ, ਜਗ ਮੈਂ ਉੱਤਮ ਕਾਢੀਏ, ਬਿਰਲੇ ਕਈ ਕੇ। ਫਿਰ ਉਹ ਕਿਹੜੇ ਨੇ ਜਿਹੜੇ ਕਈ ਕਈ ਵਾਲੇ ਨੇ? ਉਹ ਜਿਹੜੇ ਬਿਰਲੇ ਆ ਉਹ ਕੌਣ ਨੇ? ਇਹ ਮੇਰੇ ਮਨਾ ਉਹਨਾਂ ਦੀ ਪੜਚੋਲ ਕਰਨੀ ਪੈਣੀ। ਸੋ ਧਰਮ ਦੇ ਨਾਮਾਂ ਦੇ ਉੱਪਰ ਸੰਸਾਰ ਦੇ ਅੰਦਰ ਸਭ ਤੋਂ ਵੱਧ ਭਰਮ ਫੈਲਾਇਆ ਜਾਂਦਾ ਹੈ। ਭਰਮ ਚੋਂ ਜੀਵ ਨਿਕਲਣਾ ਨਹੀਂ ਚਾਹੁੰਦਾ, ਜੇ ਇਹਨੂੰ ਕੋਈ ਕੱਢਣਾ ਵੀ ਚਾਹੇ ਤਾਂ ਵੀ ਨਹੀਂ ਨਿਕਲਦਾ ਹੈ। ਸੋ ਸਭ ਨੇ ਆਕਾਸ਼ਬਾਣੀ ਕੀਤੀ ਤੇ ਪਾਤਸ਼ਾਹ ਕਹਿੰਦੇ ਉਹ ਵੀ ਸੁਣ ਲਓ। ਇਹਨਾਂ ਨੇ ਆਕਾਸ਼ਬਾਣੀਆਂ ਕੀ ਕੀਤੀਆਂ? ਸੁਣਿਆ ਧਰਤ, ਉਹ ਕਹਿੰਦੇ ਸਾਨੂੰ ਧਰਤੀ ਬਾਰੇ ਪਤਾ ਹੈ ਵੀ ਧਰਤੀ ਜੀ ਬਲਦ ਦੇ ਸਿਰ ਤੇ ਖੜੀ ਹੈ, ਉਹ ਧੌਲਾ ਬਲਦ ਹੈ। ਕੋਈ ਕਹਿੰਦਾ ਜੀ ਬਲਦ ਦੇ ਸਿੰਘਾਂ ਤੇ ਖੜੀ ਹੈ। ਫਿਰ ਬਲਦ ਕਿਹਦੇ ਤੇ ਖੜਾ? ਕਿਸੇ ਨੇ ਆਖਿਆ ਜੀ ਉਹ ਕੱਛੂ ਦੇ ਪਿੱਠ ਤੇ ਖੜਾ, ਕਿਸੇ ਨੇ ਆਖਿਆ ਜੀ ਉਹਦੇ ਥੱਲੇ ਹੋਰ ਬਲਦ ਹੈ। ਫਿਰ ਆਕਾਸ਼ ਕਿਹਦੇ ਤੇ ਖੜਾ? ਆਕਾਸ਼ ਬਾਰੇ ਕੋਈ ਨਹੀਂ ਬੋਲਿਆ ਵੀ ਆਕਾਸ਼ ਫਿਰ ਕਿਵੇਂ ਤਣਿਆ ਖੜਾ। ਆਕਾਸ਼ ਵੀ ਤਾਂ ਕਿਸੇ ਦੇ ਆਸਰੇ ਖੜਾ, ਉਹਦੇ ਬਾਰੇ ਕੋਈ ਭਵਿੱਖਬਾਣੀ ਨਹੀਂ ਹੈ। ਧਰਤੀ ਬਾਰੇ ਬਥੇਰੀਆਂ ਭਵਿੱਖਬਾਣੀਆਂ ਕਰਤੀਆਂ, ਅੱਜ ਸਾਡੇ ਵੀ ਕੀਤੀਆਂ ਜਾਂਦੀਆਂ ਨੇ। ਗੁਰਬਾਣੀ ਕਹਿੰਦੀ ਹੈ ਵਕਤ ਵਿਚਾਰੇ ਸੋ ਬੰਦਾ ਕੋਈ ਹੈ, ਪਰ ਸਾਡੇ ਭਵਿੱਖਬਾਣੀ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਐਂ ਹੋਊਗਾ। ਇਹਦਾ ਮਤਲਬ ਜਿਹੜਾ ਵਿਅਕਤੀ ਭਵਿੱਖਬਾਣੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਐਂ ਹੋਊਗਾ, ਤਾਂ ਉਹਦੇ ਕੋਲ ਪਰਮੇਸ਼ਰ ਨਾਲੋਂ ਵੱਧ ਬੁੱਧ ਹੈ, ਭਗਤਾਂ ਨਾਲੋਂ ਵੱਧ ਬੁੱਧ ਹੈ। ਪਰ ਭਗਤਾਂ ਨੇ ਤਾਂ ਕਿਤੇ ਦਾਅਵਾ ਨਹੀਂ ਕੀਤਾ ਕਿ ਆਉਣ ਵਾਲੇ ਸਮੇਂ 'ਚ ਐਂ ਕੁਛ ਹੋਊਗਾ। ਭਗਤਾਂ ਨੇ ਤਾਂ ਆਖਿਆ ਵਕਤ ਵਿਚਾਰਿਆ ਸੋ ਬੰਦਾ ਕਹੀਏ, ਜਿਹੜਾ ਵਕਤ ਤੁਹਾਡੇ ਕੋਲ ਚੱਲਦਾ ਉਹਨੂੰ ਜਿਹੜਾ ਵਿਚਾਰ ਜਾਂਦਾ, ਕਿਉਂਕਿ ਸਮਾਂ ਹਮ ਆਦਮੀ ਹਾਂ ਇੱਕਦਮੀ, ਕਿ ਜਿੰਨਾ ਚਿਰ ਸਵਾਸ ਚੱਲਦਾ ਉਨਾ ਚਿਰ ਹੀ ਆਦਮੀ। ਜਦੋਂ ਸਵਾਸ ਰੁਕ ਗਿਆ ਕੀ ਪਤਾ ਸਵਾਸ ਕਦੋਂ ਰੁਕ ਜਾਣਾ। ਕਈ ਵਾਰ ਪਸਰਿਓ ਪਸਾਰ, ਕੀ ਪਤਾ ਪਰਮੇਸ਼ਰ ਦਾ ਕਦੋਂ ਸ੍ਰਿਸ਼ਟੀ ਖਤਮ ਕਰ ਦੇਵੇ। ਕਿਸੇ ਨੂੰ ਨਹੀਂ ਪਤਾ ਵੀ ਉਹਨੇ ਇੱਕ ਸਕਿੰਟ 'ਚ ਕੀ ਕਰ ਦੇਵੇ। ਹਰ ਹੁੰਦਾ ਸਾਡੇ ਨਾਲ, ਸਕਿੰਟਾਂ 'ਚ ਭੁਚਾਲ ਆ ਜਾਂਦੇ ਆ, ਸਕਿੰਟਾਂ 'ਚ ਹੜ੍ਹ ਆ ਜਾਂਦੇ ਆ, ਕੁਛ ਵੀ ਨਹੀਂ ਪਤਾ ਲੱਗਦਾ, ਚਿੱਤ ਚੇਤੇ ਵੀ ਨਹੀਂ ਹੁੰਦਾ ਵੀ ਐਂ ਵੀ ਹੋ ਜੂ, ਪਰ ਪਰਮੇਸ਼ਰ ਕਰਦਾ ਹੈ। ਖਿਨ ਮੈਂ ਨੀਚ ਕੀਟ ਕੋ ਰਾਜਾ, ਇੱਕ ਸਕਿੰਟ ਲਾਉਂਦਾ ਉਹ ਕਿਵੇਂ ਕਰ ਦਿੰਦਾ ਹੈ। ਔਰ ਜੋ ਕੁਛ ਵਰਤਮਾਨ 'ਚ ਹੁੰਦਾ ਪਾਤਸ਼ਾਹੀਆਂ ਨੇ ਉਹ ਦੱਸਿਆ ਕਿ ਵਰਤਮਾਨ 'ਚ ਕੀ ਹੋ ਰਿਹਾ। ਹਾਂ, ਦੂਸਰੀ ਗੱਲ ਕਿ ਕੁਛ ਆਈਡੀਏ ਜਿਹੜੇ ਚੰਗੇ ਪੁਰਸ਼ ਹੁੰਦੇ ਆ ਉਹ ਆਈਡੀਆ ਲਾ ਲੈਂਦੇ ਆ, ਪਿੱਛੋਂ ਵੀ ਚੈੱਕ ਕਰਕੇ
ਕੁਦਰਤ ਦੇ ਬਦਲਾਅ ਕਰਕੇ ਉਹ ਕੁਝ ਗੱਲਾਂ ਇਹ ਕਹਿ ਦਿੰਦੇ ਨੇ ਵੀ ਕੁਦਰਤ ਦੇ ਮੁਤਾਬਕ, ਇਹ ਸਮੇਂ ਦੇ ਮੁਤਾਬਕ ਅੱਗੇ ਸ਼ਾਇਦ ਐਂ ਹੋ ਸਕਦਾ ਹੈ, ਕਿਉਂਕਿ ਕੁਦਰਤ ਬਦਲਦੀ ਰਹਿੰਦੀ ਹੈ। ਹੁਕਮ ਅਟੱਲ ਸੱਚਾਈ ਹੈ। ਨੇਚਰ ਦੇ ਬਦਲਣ ਨਾਲ ਕੁਛ ਨਾ ਕੁਛ ਤਾਂ ਉਸ ਤਰ੍ਹਾਂ ਹੋ ਜਾਂਦਾ ਹੈ, ਪਰ ਐਕੂਰੇਟ ਨਹੀਂ ਹੋ ਸਕਦਾ। ਅਸੀਂ ਬੱਦਲਾਂ ਨੂੰ ਦੇਖ ਕੇ ਅਨੁਮਾਨ ਲਾ ਲੈਂਦੇ ਹਾਂ ਵੀ ਜਿਵੇਂ ਹੁਣ ਸਾਡੇ ਇੰਟਰਨੈਟ ਵਾਲੇ ਲਾ ਹੀ ਲੈਂਦੇ ਆ ਵੀ ਮੀਂਹ ਪਊਗਾ, ਤੇ ਹੁਣ ਗੁਰਬਾਣੀ 'ਚ ਦਾ ਬਚਨ ਹੈ ਮੀਂਹ ਪਾਇਆ ਪਰਮੇਸ਼ਰ ਪਾਇਆ, ਫਿਰ ਤਾਂ ਵਿਗਿਆਨੀਆਂ ਨੂੰ ਪਤਾ ਲੱਗ ਗਿਆ। ਸਾਡੇ ਸੰਸਾਰੀ ਧਾਰਮਿਕ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਬੱਦਲ ਕਿੰਨੀ ਤਰੀਕ ਨੂੰ ਮੀਂਹ ਪੈਣਾ, ਪਰ ਉਹ ਦੱਸ ਦਿੰਦੇ ਆ ਵੀ ਇੰਨੀ ਤਰੀਕ ਨੂੰ ਮੀਂਹ ਪੈਣਾ। ਫਿਰ ਗੁਰਬਾਣੀ ਵੀ ਕਹਿੰਦੀ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ। ਗੁਰਬਾਣੀ ਕਹਿੰਦੀ ਪਰਮੇਸ਼ਰ ਨੇ ਪਾਇਆ, ਉਹ ਪਹਿਲਾਂ ਦੱਸਦਾ, ਇਹਦਾ ਮਤਲਬ ਪਰਮੇਸ਼ਰ ਵਾਲੀ ਸੈਂਸ ਤੋਂ ਅੱਗੇ ਵੱਧਦੇ ਆ, ਜਦ ਕਿ ਗੁਰਬਾਣੀ ਵਾਲਾ ਮੀਂਹ ਵੀ ਹੋਰ ਹੈ। ਜਿਹੜਾ ਬਾਹਰਲਾ ਮੀਂਹ ਹੈ ਇਕੱਲਾ ਜਨਤਾ ਨੂੰ ਤਾਂ ਸੁੱਖ ਦੇ ਸਕਦਾ ਹੈ, ਪਰ ਜਨਤਾ ਨੂੰ ਵੀ ਸਾਰਿਆਂ ਨੂੰ ਹੀ ਦਿੰਦਾ, ਜੀ ਨੂੰ ਤਾਂ ਇਹਦਾ ਕੋਈ ਸੁੱਖ ਹੀ ਨਹੀਂ, ਪਰ ਉੱਥੇ ਜੀ ਜੰਤ ਨੂੰ ਹੈ ਉਹ ਸੁੱਖ ਜਿਹੜਾ ਉਹ ਮੀਂਹ ਪੈਂਦਾ ਹੈ। ਸੋ ਸਾਰਾ ਕੁਝ ਡਿਫਰੈਂਸ ਹੈ। ਇਹ ਮੇਰੇ ਮਨਾ ਜਿੰਨਾ ਚਿਰ ਪੂਰੀ ਸੋਝੀ ਨਹੀਂ ਗੁਰਬਾਣੀ ਤੋਂ ਆਉਂਦੀ ਉਨਾ ਚਿਰ ਗੱਲ ਨਹੀਂ ਬਣਨੀ। ਸੋ ਇਹਨਾਂ ਨੇ ਆ ਭਵਿੱਖਬਾਣੀਆਂ ਕੀਤੀਆਂ ਵੀ ਧਰਤੀ ਦੇ ਥੱਲੇ ਜੀ ਬਲਦ ਖੜਾ, ਬਲਦ ਤੋਂ ਫੇਰ ਥੱਲੇ, ਫਿਰ ਜੇ ਕਿਸੇ ਨੇ ਪੁੱਛ ਲਿਆ ਜੀ ਉਹ ਬਲਦ ਕਾਹਦੇ ਗਲਾ ਥੱਲੇ, ਕੱਛੂ ਦੇ ਥੱਲੇ ਖੜਾ, ਕੋਈ ਕੁਛ ਕੋਈ ਕੁਛ। ਸੋ ਪਾਤਸ਼ਾਹੀਆਂ ਨੇ ਸਾਰਾ ਕੁਛ ਰੱਦ ਕੀਤਾ। ਹੁਣ ਅੱਗੇ ਪਾਤਸ਼ਾਹ ਦੱਸਦੇ ਆ, ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲੇ ਆਕਾਸ਼। ਹੁਣ ਜਿਹੜੇ ਜੋ ਗੁਣਵੰਤੇ ਨੇ ਉਹਨਾਂ ਨੂੰ ਜਿਹੜੇ ਗੁਣ ਮਿਲੇ ਨੇ, ਜਦੋਂ ਪਾਤਸ਼ਾਹੀਆਂ ਇੱਕ ਹੋ ਗਈਆਂ, ਗੁਰਮੁਖ ਇੱਕ ਹੋ ਗਏ, ਭਗਤ ਇੱਕ ਹੋਣ ਤੋਂ ਬਾਅਦ ਜਿਹੜਾ ਉਹਨਾਂ ਦੇ ਅੰਦਰ ਉੱਗੇ ਹੈ ਸ਼ਬਦ ਗੁਰੂ ਪ੍ਰਗਟ ਹੋਇਆ, ਉਹਨੇ ਜਿਹੜੀ ਸੋਝੀ ਬਖਸ਼ੀ ਹੈ ਉਹ ਫਿਰ ਦੱਸੀ ਹੈ ਗੁਰਬਾਣੀ ਦੇ ਅੰਦਰ ਵੀ ਭਾਈ ਅਸਲ ਵਿੱਚ ਸਿੱਧ ਕੌਣ ਨੇ, ਪੀਰ ਕੌਣ ਨੇ, ਸੁਰ ਕਿਹੜੇ ਨੇ, ਨਾਥ ਕਿਹੜੇ ਹੈ, ਕਿਹੜੀ ਧਰਤੀ ਹੈ, ਕਿਹੜਾ ਧਵਲ ਹੈ, ਕਿਹੜਾ ਆਕਾਸ਼। ਫਿਰ ਉਹਨਾਂ ਦਾ ਵਿਖਿਆਨ ਉਹਨੇ ਸਾਰਾ ਕੁਝ ਕਰਕੇ ਦੱਸਿਆ। ਅੰਗ 593 ਦੇ ਉੱਪਰ ਪਾਤਸ਼ਾਹ ਕਹਿੰਦੇ ਧੰਨ ਧੰਨ ਸੋ ਗੁਰ ਸਿੱਖ ਕਹੀ ਹੈ, ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਹੁਣ ਜਿਹੜਾ ਸੁਣਿਆ ਸ਼ਬਦ ਹੈ ਇਹ ਅੰਦਰਲੇ ਸਰਵਣਾ ਵਾਸਤੇ ਹੈ, ਜਿਹੜੀ ਇਹ ਕੰਨਾਂ ਦੇ ਦੁਆਰਾ ਕੋਈ ਸੁਰਤ ਸੁਣਦੀ ਹੈ, ਕੰਨਾਂ ਨੂੰ ਨਹੀਂ ਸੁਣਦਾ ਹੈਗਾ, ਕੰਨਾਂ ਦੇ ਦੁਆਰਾ ਸੁਣਿਆ ਜਾਂਦਾ ਹੈ। ਕੰਨਾਂ ਦੇ ਦੁਆਰਾ ਕੋਈ ਚੇਤਨ ਸ਼ਕਤੀ ਹੈ, ਉਹ ਸੁਣਦੀ ਹੈ। ਉਹਨੂੰ ਕਿਹਨੇ ਧੰਨ ਧੰਨ ਸੋ ਗੁਰ ਸਿੱਖ ਕਹੀ ਹੈ, ਉਹਨੂੰ ਧੰਨ ਧੰਨ ਆਖਿਆ ਜਾਂਦਾ ਹੈ ਜਿਹਨੂੰ ਕੁਝ ਸੁਣਦਾ ਹੈ। ਹੁਣ ਸੁਣਦਾ ਤਾਂ ਸਾਨੂੰ ਵੀ ਹੈ, ਪਰ ਸਾਨੂੰ ਨਾਦ ਨਹੀਂ ਸੁਣਦਾ। ਸਾਨੂੰ ਅਨਹਦ ਨਾਦ ਨਹੀਂ ਸੁਣਦਾ, ਤੁਰਕੀ ਬਾਣੀ ਨਹੀਂ ਸੁਣਦੀ, ਸਾਨੂੰ ਗੁਰਬਾਣੀ ਸੁਣਦੀ ਹੈ। ਜਿਸ ਹਰ ਨਾਮ ਸੁਣੀਏ, ਜਿਹਨੂੰ ਹਰ ਦੇ ਨਾਮ ਸੁਣ ਜਾਂਦਾ ਹੈ, ਉਹਦੇ ਨਾਲ ਕਿਹਦਾ ਮਨ ਆਨੰਦ ਪਿਆ, ਮਨ ਦੇ ਵਿੱਚ ਆਨੰਦ ਹੁੰਦਾ, ਸਦਾ ਹੀ ਆਨੰਦ ਰਹਿੰਦਾ। ਇਹ ਨਹੀਂ ਵੀ ਹੁਣ 1 ਸਕਿੰਟ ਲਈ ਆਇਆ ਤੇ 1 ਸਕਿੰਟ ਬਾਅਦ ਫਿਰ ਨਹੀਂ ਆਇਆ। ਆਨੰਦ ਸ਼ਬਦ ਹੀ ਸਦਾ ਲਗਾਤਾਰ ਚੱਲਣ ਵਾਲੀ ਚੀਜ਼। ਆਨੰਦ ਭਇਆ ਮੇਰੀ ਮਾਏ, ਆਨੰਦ ਪੂਰਾ ਹੋ ਗਿਆ, ਲਗਾਤਾਰ ਪੂਰ ਰਿਹਾ ਹੈ। ਪਰ ਆਨੰਦ ਉਦੋਂ ਆਉਂਦਾ ਜਦੋਂ ਸਤਿਗੁਰੂ ਮੈਂ ਪਾਇਆ, ਜਦੋਂ ਪੂਰੀ ਸੋਝੀ ਆ ਜਾਂਦੀ ਉਦੋਂ ਆਨੰਦ ਹੈ। ਪਰ ਪਾਇਆ ਕਿਹਦੇ ਥਰੂ? ਸਤਿਗੁਰ ਦੇ ਥਰੂ ਪਾਇਆ ਜਾਂਦਾ। ਪਹਿਲਾਂ ਆਪਣੇ ਮੂਲ ਨੂੰ ਜਾਣਨਾ ਪੈਂਦਾ। ਜਦੋਂ ਆਪਣੇ ਆਪ ਦੀ ਪੂਰੀ ਸੋਝੀ ਆ ਜਾਂਦੀ, ਆਪਣੇ ਆਪ 'ਚ ਧਿਆਨ ਰੱਖਦੀ ਹੈ ਜੋਤੀ, ਆਪਣੇ ਅੰਦਰੋਂ ਫੁਰਨੇ ਮੈਲੇ ਨਹੀਂ ਪੈਦਾ ਹੋਣ ਦਿੰਦੀ, ਨਾ ਕਿਤੇ ਵਿਕਾਰਾਂ ਵਿੱਚ ਜਾਣ ਦਿੰਦੀ ਹੈ। ਪੂਰਾ ਜਦੋਂ ਇਹ ਆਪਣਾ ਜਪ ਕਰ ਲੈਂਦਾ, ਆਪਣਾ ਕੋਰਸ ਪੂਰਾ ਕਰ ਲੈਂਦਾ, ਫਿਰ ਇਹਨੂੰ ਡਿਗਰੀ ਮਿਲਦੀ ਹੈ। ਡਿਗਰੀ ਹੈ ਤੁਰਕੀ ਬਾਣੀ, ਉਹ ਹੈ ਮਨ ਆਨੰਦ ਭਇਆ। ਉਹਦੀ ਨਿਸ਼ਾਨੀ ਹੈ ਕਿ ਉਹਦੇ ਵਿੱਚ ਆਨੰਦ ਹੁੰਦਾ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ ਅੰਗ 92 ਦੇ ਉੱਪਰ, ਕਹਿੰਦੇ
ਅਚਰਜ ਏਕ ਸੁਨੋ ਰੇ ਪੰਡਿਆ। ਕਹਿੰਦੇ ਇੱਕ ਹੈਰਾਨੀ ਦੀ ਗੱਲ ਦੱਸਾਂ ਮੈਂ ਤੈਨੂੰ, ਪੰਡਤ ਨੂੰ ਕਹਿੰਦੇ ਅਬ ਕਿਛ ਕਹਿਣ ਨਾ ਜਾਈ। ਕਹਿੰਦੇ ਹੁਣ ਤੇ ਤੋਂ ਕੁਛ ਕਹਿ ਨਹੀਂ ਹੋਣਾ ਫਿਰ ਜਿਹੜੀ ਮੈਂ ਤੈਨੂੰ ਗੱਲ ਦੱਸਣ ਲੱਗੇ, ਕਿਉਂਕਿ ਜਿਹੜੀ ਉਸ ਵੇਲੇ ਦੀ ਉਹਨਾਂ ਦੀਆਂ ਮਾਨਤਾਵਾਂ ਸੀ ਉਹਨਾਂ ਨੂੰ ਰੱਦ ਕਰਨਾ ਪਾਤਸ਼ਾਹ ਨੇ। ਕਹਿੰਦੇ ਸੁਰ ਨਰ ਗਣ ਗੰਧਰਵ ਜਿਨੀ ਮੋਹੇ ਤਿਰ ਭਵਨ ਮੇਖ ਲੀ ਲਾਈ। ਕਿੱਡੀ ਵੱਡੀ ਗੱਲ ਕੀਤੀ ਪਾਤਸ਼ਾਹ ਨੇ ਉਸ ਵੇਲੇ। ਕਹਿੰਦੇ ਹੇ ਪੰਡਤ ਮੇਰੀ ਗੱਲ ਸੁਣ, ਔਰ ਮੇਰੀ ਗੱਲ ਸੁਣ ਕੇ ਤੇ ਤੋਂ ਬੋਲ ਨਹੀਂ ਹੋਣਾ ਕੁਛ। ਕਹਿੰਦੇ ਜਿਹਨੂੰ ਤੂੰ ਸੁਰ ਮੰਨਦਾ ਨਾ, ਦੇਵਤੇ ਮੰਨਦਾ, ਜਾਂ ਜਿਹੜੇ ਤੁਹਾਡੇ ਵੱਡੇ ਵੱਡੇ ਧਾਰਮਿਕ ਗੁਰੂ ਨੇ, ਨਰ ਨੇ, ਗਣ ਨੇ ਜਿਹੜੇ ਸ਼ਿਵ ਜੀ ਦੇ ਚੇਲੇ ਨੇ, ਗੰਧਰਵ ਨੇ ਜਿਹੜੇ ਰਾਗੀ ਢਾਡੀ ਨੇ ਤੁਹਾਡੇ, ਜਿਨੀ ਮੋਹੇ, ਉਹ ਤਾਂ ਕਹਿੰਦੇ ਸਾਰੇ ਹੀ ਮੋਹੇ ਹੋਏ ਨੇ। ਤਿਰ ਭਵਨ ਮੇਖਲੀ ਲਾਈ, ਤਿੰਨੇ ਭਵਨਾਂ ਦੇ ਵਿੱਚ ਤਾਂ ਉਹਨੂੰ ਮਾਇਆ ਨੇ ਠੱਗਿਆ ਪਿਆ ਉਹਨਾਂ ਨੂੰ। ਤਾਂ ਹੁਣ ਕਿਸੇ ਲਈ ਉਹ ਕਿੱਡੇ ਵੱਡੇ ਨੇ, ਤੇ ਪਾਤਸ਼ਾਹ ਆ ਕੇ ਉਹਨਾਂ ਨੂੰ ਕਹਿੰਦੇ ਵੀ ਉਹ ਤਾਂ ਮਾਇਆ ਨੇ ਮੋਹੇ ਹੋਏ ਨੇ, ਉਹ ਤਾਂ ਖੁਦ ਠੱਗੇ ਹੋਏ ਨੇ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਕਹਿੰਦੇ ਸ਼ਿਵ ਜੀ ਤਾਂ ਆਪ ਬ੍ਰਹਮ ਗਿਆਨੀ ਨੂੰ ਲੱਭਦਾ। ਪੰਜਵੇਂ ਪਾਤਸ਼ਾਹ ਦਾ ਬਚਨ ਹੈ। ਤੁਹਾਡੀ ਦ੍ਰਿਸ਼ਟੀ ਤੋਂ ਸ਼ਿਵ ਜੀ ਭਗਵਾਨ ਹੈ, ਪਰ ਗੁਰਬਾਣੀ ਕਹਿ ਰਹੀ ਹੈ ਕਿ ਉਹਨੂੰ ਤਾਂ ਬ੍ਰਹਮ ਗਿਆਨੀ ਦਾ ਵੀ ਨਹੀਂ ਪਤਾ, ਉਹ ਤਾਂ ਲੱਭਦਾ ਫਿਰਦਾ। ਗੁਰਮੁਖਾਂ ਦਾ ਸ਼ਿਵ ਜੀ ਹੋਰ ਹੈ, ਗੁਰਮੁਖਾਂ ਦਾ ਬ੍ਰਹਮਾ ਹੋਰ ਹੈ, ਗੁਰਮੁਖਾਂ ਦਾ ਵਿਸ਼ਨ ਹੋਰ ਹੈ, ਗੁਰਮੁਖਾਂ ਦਾ ਨਾਰਦ ਹੋਰ ਹੈ, ਗੁਰਮੁਖਾਂ ਦਾ ਰਾਮ ਹੋਰ ਹੈ, ਸੀਤਾ ਹੋਰ ਹੈ, ਲక్ష్మణ ਹੋਰ ਹੈ, ਦ੍ਰੋਪਦੀ ਹੋਰ ਹੈ। ਸਾਰਾ ਕੁਝ ਗੁਰਮੁਖਾਂ ਦਾ ਡਿਫਰੈਂਟ ਹੈ। ਸੰਸਾਰੀਆਂ ਦਾ ਸਾਰਾ ਕੁਝ ਉਲਟਾ ਹੈ। ਤਾਂ ਕਿਵੇਂ ਆਊਗਾ? ਤਾਂ ਹੀ ਪਾਤਸ਼ਾਹ ਲਿਖਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸ਼ਬਦ ਉਹੀ ਨੇ ਭਗਤਾਂ ਕੋਲ ਵੀ, ਪਰ ਭਗਤਾਂ ਦਾ ਉਹਨਾਂ ਨਾਲੋਂ ਸਾਰਾ ਕੁਝ ਵੱਖਰਾ ਹੈ। ਉਲਟੀ ਰੇ ਕਰ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਕਹਿੰਦੇ ਇਸ ਤੇ ਇਹਨਾਂ ਨੇ ਉਲਟ ਕੀਤੀ ਹੈ ਸਾਰਾ ਕੁਝ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ, ਨਾਲ ਦੀ ਨਾਲ ਤੂੰ ਆਪਣੀ ਵੀ ਸਵੈ ਪੜਚੋਲ ਕਰੀ ਚੱਲ। ਅੰਗ 72 ਪਰ ਵੀ ਪਾਤਸ਼ਾਹ ਕਹਿੰਦੇ ਆ ਸਤਿਗੁਰ ਕੋ ਵੱਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ। ਦੇਖੋ ਸਤਿਗੁਰ ਕੋ ਵੱਲ ਜਾਈਏ, ਸਤਿਗੁਰ ਤੋਂ ਬਲਿਹਾਰ ਜਾਣਾ ਪੈਂਦਾ ਹੈ। ਸਤਿਗੁਰੂ ਤੋਂ ਬਲਿਹਾਰ ਜਾਣ ਦੀ ਗੱਲ ਨਹੀਂ ਹੈ, ਸਤਿਗੁਰ ਤੋਂ ਬਲਿਹਾਰ ਜਾਣਾ, ਉਦੋਂ ਵੱਲ ਜਾਈਦਾ। ਕਿਉਂ? ਜਿਤ ਮਿਲਿਆ ਪਰਮਗਤ ਪਾਈਐ, ਕਿਉਂਕਿ ਉਹਨੂੰ ਮਿਲੇ ਤੇ ਜਾ ਕੇ ਸਤਿਗੁਰੂ ਦੀ ਪ੍ਰਾਪਤੀ ਹੈ। ਪਹਿਲਾਂ ਸਤਿਗੁਰ ਨੂੰ ਮਿਲਣਾ ਜ਼ਰੂਰੀ ਹੈ, ਪਹਿਲਾਂ ਕਿਸ਼ਤੀ ਹੋਣੀ ਜ਼ਰੂਰੀ ਹੈ, ਤਾਂ ਹੀ ਨਦੀ ਪਾਰ ਹੋਊਗੀ। ਹੇ ਮੇਰੇ ਮਨਾ, ਤੂੰ ਕੀ ਕਰਦਾ? ਕਿਸ਼ਤੀ ਨੂੰ ਛੱਡ ਕੇ ਪਰਲੇ ਕਿਨਾਰੇ ਦੀ ਸਿਫਤ ਕਰੀ ਜਾਂਦਾ, ਜਦ ਕਿ ਪਰਲਾ ਕਿਨਾਰਾ ਤੈਨੂੰ ਮਿਲਿਆ ਤਾਂ ਹੈ ਨਹੀਂਗਾ। ਸਿਫਤ ਕਰਨੀ ਹੈ ਕਿਸ਼ਤੀ ਦੀ, ਜਿਹਨੇ ਤੈਨੂੰ ਪਾਰ ਲੈ ਕੇ ਜਾਣਾ। ਕਿਸ਼ਤੀ ਕੀ ਹੈ? ਤੇਰਾ ਮੂਲ ਸਤਿਗੁਰ। ਸਤਿਗੁਰ ਨੇ ਪਾਰ ਲੈ ਕੇ ਜਾਣਾ। ਜਦੋਂ ਸਤਿਗੁਰ ਨੇ ਪਾਰ ਜਾਣਾ, ਉਹਨੇ ਸਤਿਗੁਰੂ ਨਾਲ ਮਿਲਾਪ ਪੈਣਾ, ਭਾਵ ਕਿ ਸਤਿਗੁਰ ਪਰੇ ਜਾ ਕੇ ਹੀ ਸਤਿਗੁਰੂ ਬਣ ਜਾਂਦਾ ਹੈ। ਵਿਦਿਆਰਥੀ ਪੜ੍ਹਦਾ ਪੜ੍ਹਦਾ ਹੀ ਪਾਸ ਹੋ ਕੇ ਟੀਚਰ ਬਣ ਜਾਂਦਾ ਹੈ। ਸਤਿਗੁਰ ਕੋ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ, ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ। ਜੀ ਪਾਤਸ਼ਾਹ ਕਹਿੰਦੇ ਉਹ ਤਾਂ ਲੋਚਦੇ ਨੇ ਤੁਹਾਡੇ, ਜਿਹੜੇ ਤੁਹਾਡੇ ਸੁਰ ਨਰ ਨੇ, ਦੇਵਤੇ ਨੇ, ਮੁਨੀ ਨੇ, ਰਿਸ਼ੀ ਨੇ, ਜਨ ਨੇ, ਉਹ ਤਾਂ ਲੋਚਦੇ ਹੈ। ਸੋ ਸਤਿਗੁਰ ਦੀਆ ਬੁਝਾਏ। ਕਹਿੰਦੇ ਉਹ ਤਾਂ ਮੈਨੂੰ ਸਤਿਗੁਰ ਨੇ ਗੱਲ ਬੁਝਾਤੀ। ਕਹਿੰਦੇ ਉਹ ਸੋਝੀ ਤਾਂ ਮੈਨੂੰ ਸਤਿਗੁਰ ਨੇ ਕਰਾਤੀ, ਜਿਹਨੂੰ ਉਹ ਲੋਚਦੇ ਆ। ਉਹਨਾਂ ਕੋਲ ਹਜੇ ਪ੍ਰਾਪਤੀ ਨਹੀਂ ਹੈ, ਉਹਨਾਂ ਦੇ ਅੰਦਰ ਇੱਛਾ ਹੈ ਕਿ ਸਾਨੂੰ ਆਹ ਚੀਜ਼ ਮਿਲਣੀ ਚਾਹੀਦੀ ਹੈ, ਉਹਦੀ ਪ੍ਰਾਪਤੀ ਹੋ ਗਈ। ਸੁਣਿਆ ਧਰਤ ਧਵਲੇ ਆਕਾਸ਼। ਹੁਣ ਧਰਤ ਧਵਲ ਬਾਰੇ ਵੀ ਪਾਤਸ਼ਾਹ ਤੋਂ ਆਪਾਂ ਪੁੱਛ ਲੈਂਦੇ ਹਾਂ। ਗੁਰਬਾਣੀ 'ਚ ਹੀ ਲਿਖਿਆ ਪਾਤਸ਼ਾਹ ਨੇ ਕਿ ਜਿਹੜਾ ਗੁਰਮੁਖਾਂ ਦਾ ਕੀ ਹੈ ਤੇ ਮਨਮੁਖਾਂ ਦਾ ਧਰਤ ਧਵਲ ਆਕਾਸ਼ ਕੀ ਹੈ। ਅੰਗ 107 ਉੱਪਰ ਪਾਤਸ਼ਾਹ ਕਹਿੰਦੇ ਆ ਸੋ ਸੱਚ ਮੰਦਰ ਜਿਤ ਸੱਚ ਧਿਆਈ ਹੈ, ਸੋ ਹਿਰਦਾ ਸੁਹੇਲਾ ਜਿਤ ਹਰ ਗੁਣ ਗਾਈ ਹੈ, ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਬਿਟਹੋਂ ਕੁਰਬਾਣੋ ਜੀਓ। ਆਹ ਹੈ ਗੁਰਮੁਖਾਂ ਦੀ ਧਰਤੀ। ਗੁਰਮੁਖਾਂ ਦੀ ਧਰਤੀ ਹੈ ਹਿਰਦਾ।
ਸੋ ਸੱਚ ਮੰਦਰ ਜਿਤ ਸੱਚ ਧਿਆਈ ਹੈ। ਸੋ ਸੱਚ ਮੰਦਰ, ਮੰਦਰ ਹੈ ਮਨ, ਮਨ ਮੰਦਰ ਤਨ ਵੇਸ ਕਲੰਦਰ। ਇੱਕ ਬਾਹਰ ਮੰਦਰ ਹੈ, ਉਹ ਮਾਇਆ ਦਾ ਮੰਦਰ ਹੈ। ਇੱਕ ਮਨ ਮੰਦਰ ਹੈ, ਉਹ ਸੱਚਾ ਮੰਦਰ ਹੈ। ਸੱਚ ਧਿਆਈ ਹੈ, ਕਹਿੰਦੇ ਉਹਦੇ ਅੰਦਰ ਹੀ ਧਿਆਨ ਰੱਖਣਾ ਹੈ। ਆਪਣੇ ਮੰਦਰ ਦੇ ਅੰਦਰ ਜਿਹੜਾ ਸੱਚ ਬੈਠਾ, ਦੇਵਤਾ ਬੈਠਾ ਹੈ, ਉਹਦੇ 'ਚ ਧਿਆਨ ਰੱਖਣਾ ਹੈ। ਸੋ ਹਿਰਦਾ ਸੁਹੇਲਾ, ਕਹਿੰਦੇ ਉਹ ਜਿਹੜਾ ਹਿਰਦਾ ਹੈ, ਉਹ ਜਿਹੜੀ ਧਰਤੀ ਹੈ, ਉਹ ਸੁਖਦਾਇਕ ਹੈ ਜਿੱਥੇ ਉਹ ਬੈਠਾ ਹੈ। ਜਿਤ ਹਰ ਗੁਣ ਗਾਈਏ, ਕਹਿੰਦੇ ਉਹਦੇ ਹਰ ਦੇ ਜਿਹੜੇ ਗੁਣ ਨੇ ਉਹ ਗਾਉਣੇ ਨੇ। ਭਾਵ ਕਿ ਉਹਨਾਂ ਗੁਣਾਂ ਨੂੰ ਧਾਰਨ ਕਰਨਾ, ਜੋ ਹਰ ਦੇ ਗੁਣ ਨੇ ਉਹੀ ਧਾਰਨ ਕਰ ਲੈਣੇ। ਸਾ ਧਰਤ ਸੁਹਾਵੀ ਜਿਤ ਵਸੈ ਸਹਰ ਜਨ, ਕਹਿੰਦੇ ਉਹ ਹਿਰਦਾ, ਉਹ ਸੁਰਤ, ਉਹ ਅਕਲ ਸੁਖਦਾਇਕ ਹੈ, ਉਹ ਬੁੱਧੀ ਸੁਖਦਾਇਕ ਹੈ। ਜਿਤ ਵਸੈ, ਜਿਹਦੇ ਅੰਦਰ ਵਸੇ, ਹਰ ਜਨ, ਜਿਹੜਾ ਹਰ ਹੈ, ਸਾਡਾ ਮੂਲ ਹੈ ਜਿਹੜਾ, ਉਹ ਸਾਰੇ ਜਨਾਂ ਦੇ ਵਿੱਚ ਬੈਠਾ ਹੈ। ਹੋਰ ਵੀ ਪਤਾ ਨਹੀਂ ਕਿੰਨੇ ਕੁ ਬੈਠੇ ਆ ਸੱਚਖੰਡ ਵਿੱਚ। ਸੱਚ ਨਾਮ ਬਿਟੋਂ ਕੁਰਬਾਨੋ ਜੀ, ਕਹਿੰਦੇ ਮੈਂ ਤਾਂ ਉਹਦਾ ਜਿਹੜਾ ਨਾਮ ਹੈ, ਉਹਦਾ ਜਿਹੜਾ ਹੁਕਮ ਹੈ, ਉਹ ਤੋਂ ਕੁਰਬਾਨ ਜਾਂਦਾ ਹਾਂ। ਸੋ ਗੁਰਮੁਖਾਂ ਦਾ ਜਿਹੜਾ ਧਰਤੀ ਹੈ ਉਹ ਹਿਰਦਾ ਹੈ। ਪੰਨਾ 126 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਘਰ ਮੈਂ ਧਰਤੀ ਧੌਲ ਪਤਾਲਾ, ਸਿੱਧਾ ਹੀ ਲਿਖਤਾ ਪਾਤਸ਼ਾਹ ਨੇ। ਹੁਣ ਕਹਿੰਦੇ ਸਾਡਾ ਤਾਂ ਭਾਈ ਘਰ ਦੇ ਅੰਦਰ ਹੀ ਧਰਤੀ ਹੈ, ਉਹੀ ਧੌਲ ਹੈ ਸਾਡਾ, ਉਹੀ ਸਾਡਾ ਪਤਾਲਾ ਹੈ। ਨਾ ਸਾਡਾ ਬਾਹਰ ਕੋਈ ਪਤਾਲ ਹੈ, ਨਾ ਸਾਡੀ ਕੋਈ ਬਾਹਰ ਧਰਤੀ ਹੈ, ਨਾ ਕੋਈ ਸਾਡਾ ਬਾਹਰ ਧੌਲ ਹੈ। ਇੱਥੇ ਹੁਣ ਸਿੱਧਾ ਹੀ ਪਾਤਸ਼ਾਹ ਨੇ ਇੱਕ ਵਚਨ 'ਚ ਹੀ ਨਿਬੇੜਤੀ ਗੱਲ। ਅੰਗ 1021 ਉੱਪਰ ਵੀ ਪਾਤਸ਼ਾਹ ਕਹਿੰਦੇ ਆਪੇ ਧਰਤੀ ਧੌਲੇ ਆਕਾਸ਼ੰ। ਹੁਣ ਇੱਥੇ ਤਾਂ ਸਾਰਾ ਕੁਝ ਹੀ ਸਿੱਧਾ ਲਿਖਦੇ ਆ ਵੀ ਬਾਹਰ ਸਾਡੇ ਧਰਤੀ ਵੀ ਹੋਰ ਹੈ, ਪਤਾਲ ਵੀ ਹੋਰ ਹੈ, ਆਕਾਸ਼ ਵੀ ਹੋਰ ਹੈ। ਇੱਥੇ ਹੁਣ ਪਾਤਸ਼ਾਹ ਸਾਰਾ ਕੁਝ ਇੱਕ ਨੂੰ ਹੀ ਡਿਫਾਈਨ ਕਰਦੇ ਆ ਕਿ ਆਪੇ ਧਰਤੀ ਧੌਲੇ ਆਕਾਸ਼, ਆਪ ਹੀ ਧਰਤੀ ਹੈ, ਆਪ ਹੀ ਧੌਲ ਹੈ, ਆਪ ਹੀ ਆਕਾਸ਼ੰਗ ਹੈ। ਪੰਨਾ 3 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨੀ ਸੂਤ। ਹੁਣ ਧੌਲ ਧਰਮ ਹੈ, ਜਿਹੜਾ ਧਰਮ ਹੈ ਉਹੀ ਬਲਦਾ ਹੈ, ਉਹਦੇ ਸਿਰ ਤੇ ਹੀ ਸਾਰਾ ਕੁਝ ਖੜਾ ਹੈ, ਸੱਚ ਦੇ ਸਿਰ ਤੇ ਹੀ ਹੈ। ਸੱਚ ਨਾਲ ਹੀ ਧਰਤੀ ਹੈ, ਸੱਚ ਨਾਲ ਹੀ ਆਕਾਸ਼ ਹੈ। ਜਿੰਨੀ ਵੀ ਆ ਸ੍ਰਿਸ਼ਟੀ ਹੈ ਇਹ ਸਾਰੀ ਹੁਕਮ ਦੇ ਆਸਰੇ ਖੜੀ ਹੈ। ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਇਹ ਉਹ ਪਰਮੇਸ਼ਰ ਜਾਣਦਾ ਹੈ, ਉਹ ਸੱਚਖੰਡ ਵਾਲੇ ਜਾਣਦੇ ਵੀ ਉਹਨਾਂ ਨੇ ਕਿਵੇਂ ਖੜਾ ਲਈਏ, ਕਿਵੇਂ ਉਹਨਾਂ ਦਾ ਇਹਨਾਂ ਦੇ ਹੁਕਮ ਚੱਲਦਾ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸਾਰਾ ਕੁਝ ਉਹਦੇ ਭੈ 'ਚ, ਉਹਦੇ ਹੁਕਮ 'ਚ ਚੱਲਦਾ ਹੈ। ਅੰਗ 1360 ਉੱਪਰ ਵੀ ਪਾਤਸ਼ਾਹ ਕਹਿੰਦੇ ਪ੍ਰਮਾਣੋ ਪਰਯੰਤ ਆਕਾਸ਼ੈ ਦੀਪ ਲੋ ਸੇ ਖੰਡਣ ਹੈ, ਗਾਛੇਣ ਨੈਣ ਭਰਹੇਣ ਨਾਨਕ ਬਿਨਾ ਸਾਧ ਨਾ ਸਿੱਧ ਤੇ। ਜਿਵੇਂ ਕਈਆਂ ਦੀ ਇਹ ਮਨੌਤ ਸੀ ਕਿ ਅਸੀਂ ਅਣੂਰੂਪ ਲੈ ਕੇ, ਭਾਵ ਜੰਤ ਇੰਨਾ ਛੋਟਾ ਕਰਕੇ ਆਕਾਸ਼ਾਂ ਦੀਪਾਂ ਲੋਆਂ ਵਿੱਚ ਅੱਖ ਫਰਕਣ ਦੇ ਸਮੇਂ ਵਿੱਚ ਜਾ ਸਕਦੇ ਆ, ਪਰ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਜਿਹੜੀ ਗੁਰਬਾਣੀ ਧਵਲ ਆਕਾਸ਼ ਵਿੱਚ ਆਉਂਦੀ ਹੈ, ਜਿਹੜੀ ਬਾਣੀ ਧਵਲ ਆਕਾਸ਼ ਵਿੱਚ ਆਉਂਦੀ ਹੈ, ਉਹ ਸਾਧੂ ਦੇ ਦੁਆਰਾ ਹੀ ਸੁਣਦੀ ਹੈ, ਕਿਉਂਕਿ ਸਾਧੂ ਸਾਡਾ ਮੂਲ ਹੈ। ਉਹ ਤਾਂ ਧਵਲ ਆਕਾਸ਼ ਨਾਲ ਜੁੜੇ ਹੀ ਹੋਇਆ ਹੈ, ਪਰ ਸਾਡਾ ਮਨ ਨਹੀਂ ਆਪਣੇ ਮੂਲ ਨਾਲ ਸਦਾ ਲਈ ਜੁੜਦਾ। ਜੇ ਸਦਾ ਲਈ ਜੁੜ ਗਿਆ ਤਾਂ ਉਸ ਵਿੱਚ ਅਨਹਦ ਨਾਦ ਪ੍ਰਗਟ ਹੋ ਜਾਂਦਾ ਹੈ ਤੇ ਮਨ ਫਿਰ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਇਹ ਵੀ ਮਨੌਤ ਸੀ, ਜਿਹੜੀਆਂ ਮਨੌਤਾਂ ਗੁਰਬਾਣੀ 'ਚ ਲਿਖਿਆ ਵੀ ਇੱਕ 9 ਤਰ੍ਹਾਂ ਦੀ ਸਿੱਧੀ ਆਉਂਦੀ ਹੈ। ਉਹਦੇ ਵਿੱਚ ਕਹਿੰਦੇ ਆ ਵੀ ਜੀਵ ਆਪਣੇ ਆਪ ਨੂੰ ਬਹੁਤ ਵੱਡਾ ਵੀ ਕਰ ਸਕਦਾ ਤੇ ਬਹੁਤ ਛੋਟਾ ਵੀ ਕਰ ਸਕਦਾ। ਵੀ ਇਹ ਸਿੱਧੀਆਂ ਨੇ ਜੀ। ਜੋਗੀਆਂ ਕੋਲ ਸੀ ਜੀ, ਉਹ ਬਹੁਤ ਲੰਮੇ ਹੋ ਜਾਂਦੇ ਸੀ, ਕੋਈ ਕਹਿੰਦਾ ਸੀ ਉਹ ਬਹੁਤ ਬਰੀਕ ਹੋ ਜਾਂਦੇ ਸੀ,
ਕੋਈ ਕਹਿੰਦਾ ਸੀ ਉਹ ਹਵਾ ਦਾ ਰੂਪ ਧਾਰਨ ਕਰ ਲੈਂਦੇ ਸੀ, ਕਦੇ ਕਹਿੰਦੇ ਸੀ ਉਹ ਅੱਗ ਦਾ ਰੂਪ ਧਾਰਨ ਕਰ ਲੈਂਦੇ ਸੀ। ਇਤਿਹਾਸ ਉਹਨਾਂ ਨੇ ਬਹੁਤ ਕੁਝ ਐਸਾ ਕੀਤਾ, ਪਾਤਸ਼ਾਹ ਨੇ ਆ ਕੇ ਉਹਨਾਂ ਨੂੰ ਸਾਰੇ ਕੁਝ ਨੂੰ ਰੱਦ ਕੀਤਾ ਵੀ ਤੁਸੀਂ ਮਨੁੱਖ ਹੋ। ਉਹ ਜੀ ਉੱਡਣ ਲੱਗ ਜਾਂਦੇ ਸੀ। ਪਾਤਸ਼ਾਹ ਕਹਿੰਦੇ ਵੀ ਪਹਿਲੀ ਗੱਲ ਤਾਂ ਵੀ ਉੱਡਣ ਵਾਲੀ ਜੂਨੀ ਤਾਂ ਤੂੰ ਛੱਡ ਕੇ ਮਨੁੱਖ ਬਣਿਆ। ਉੱਡਦੇ ਤਾਂ ਜਾਨਵਰ ਹੁੰਦੇ ਆ, ਪੰਛੀ ਉੱਡਦੇ ਆ, ਤੇ ਤੁਸੀਂ ਕਿਤੇ ਪੰਛੀ ਹੋ, ਤੁਸੀਂ ਤਾਂ ਇਨਸਾਨ ਹੋ। ਨਾਲੇ ਉੱਡਿਆ ਨਹੀਂ ਜਾ ਸਕਦਾ। ਇਹ ਸਭ ਮਨ ਘੜੰਤ ਗੱਲਾਂ ਨੇ ਪ੍ਰਭਾਵ ਪਾਉਣ ਵਾਸਤੇ। ਫਿਰ ਜੇ ਉਸ ਵੇਲੇ ਕੋਈ ਉੱਡ ਸਕਦਾ ਸੀ, ਅੱਜ ਵੀ ਉੱਡ ਖੜਦੇ। ਅੱਜ ਵੀ ਤਾਂ ਲੋਕਾਂ ਕੋਲ ਸ਼ਕਤੀਆਂ ਹੈਗੀਆਂ, ਅੱਜ ਉੱਡ ਖੜਨ। ਨਹੀਂ ਉੱਡਿਆ ਜਾਂਦਾ, ਮਨੁੱਖ ਮਨੁੱਖੀ ਦੀ ਤਰ੍ਹਾਂ ਹੀ ਰਹਿੰਦਾ ਹੈ। ਉੱਡਣ ਵਾਸਤੇ ਮਨੁੱਖ ਨੇ ਕੋਈ ਨਾ ਕੋਈ ਇੰਸਟਰੂਮੈਂਟ ਤਿਆਰ ਕੀਤੇ, ਜਿਵੇਂ ਜਹਾਜ਼ ਬਣ ਗਏ, ਪੈਰਾਸ਼ੂਟ ਬਣ ਗਏ। ਉਹ ਮਨੁੱਖੀ ਕਾਢ ਹੈ, ਉਹਦੇ ਨਾਲ ਉੱਡਦੇ ਆ, ਸੁਖਦਾਇਕ ਵੀ ਨੇ। ਸੋ ਅੰਗ 1160 ਉੱਪਰ ਵੀ ਪਾਤਸ਼ਾਹ ਕਹਿੰਦੇ ਪੰਖੀ ਮਿਰਗ ਮਾਇਆ ਮਰ ਜਾਤੇ ਰਾਤੇ, ਪੰਖੀ ਮਿਰਗ ਮਾਇਆ ਮਹਿ ਰਾਤੇ, ਸਾਕਰ ਮਾਖੀ ਅਦਕ ਸੰਤਾਪੇ, ਤੁਰੇ ਉਸ਼ਟ ਮਾਇਆ ਮਹਿ ਭੇਲਾ, ਸਿੱਧ 84 ਮਾਇਆ ਮੈਂ ਖੇਲਾ, 6 ਜਤੀ ਮਾਇਆ ਕਾ ਬੰਦਾ, ਨਵੇ ਨਾਥ ਸੂਰਜ ਅਰ ਚੰਦਾ, ਤਪੇ ਤਪੀਸਰ ਮਾਇਆ ਮਹਿ ਸੂਤਾ, ਮਾਇਆ ਮਹਿ ਕਾਲ ਅਰ ਪੰਚ ਦੂਤਾ। ਹੁਣ ਇਸ ਬਚਨ ਦੇ ਵਿੱਚ ਵੀ ਪਾਤਸ਼ਾਹ ਨੇ ਇਹ ਮੇਰੇ ਮਨਾ ਪੂਰੀ ਦੀ ਪੂਰੀ ਗੱਲ ਹੀ ਸਮਝਾਤੀ। ਕਹਿੰਦੇ ਚਾਹੇ ਪੰਖੀ ਨੇ, ਮਿਰਗ ਨੇ, ਮਾਇਆ ਮਹਿ ਰਾਤੇ, ਉਹਦਾ ਸਾਰੇ ਮਾਇਆ ਦੇ ਵਿੱਚ ਰਤੇ ਹੋਏ ਨੇ। ਸਾਕਰ ਮਾਖੀ ਅਦਿਕ ਸੰਤਾਪੇ, ਕਹਿੰਦੇ ਤੁਰੇ ਉਸ਼ਟ ਮਾਇਆ ਮਹਿ ਭੇਲਾ, ਕਹਿੰਦੇ ਘੋੜੇ ਨੇ, ਜਾਨਵਰ ਨੇ, ਹੋਰ ਸਭ ਮਾਇਆ ਦੇ ਵਿੱਚ ਹੀ ਨੇ, ਮਾਇਆ ਤੋਂ ਬਾਹਰ ਨਹੀਂ ਕੋਈ ਜਾ ਰਿਹਾ। ਸਿੱਧ 84 ਮਾਇਆ ਮੈਂ ਖੇਲਾ, ਕਹਿੰਦੇ ਜਿਹੜੇ ਤੁਹਾਡੇ ਸਿੱਧ 84 ਨੇ ਉਹ ਵੀ ਮਾਇਆ 'ਚ ਹੀ ਖੇਡਦੇ ਸੀ। 6 ਜਤੀ ਸੀਗੇ, ਉਹ ਸਰੀਰ ਕਰਕੇ ਜਤ ਰੱਖਦੇ ਸੀ, ਤੇ ਸਰੀਰ ਕਰਕੇ ਯਤਨ ਰੱਖਣ ਵਾਲਿਆਂ ਨੂੰ ਵੀ ਪਾਤਸ਼ਾਹ ਨੇ ਰੋਕਿਆ। ਬਿੰਦ ਰਾਖੇ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿੰਦੇ ਸਭ ਮਾਇਆ ਕਾ ਬੰਦਾ, ਨਵੇਂ ਨਾਥ, ਕਹਿੰਦੇ ਤੁਹਾਡੇ 9 ਨਾਥ। ਸੂਰਜ ਅਰ ਚੰਦਾ, ਕਹਿੰਦੇ ਜਿਹੜੇ ਤੁਹਾਡੇ ਸੂਰਜ ਚੰਦ ਨੇ, ਗੁਰਮੁਖਾਂ ਦਾ ਸੂਰਜ ਚੰਦ ਵੀ ਹੋਰ ਹੈ। ਤਪੇ ਤਪੀਸਰ ਮਾਇਆ ਮਹਿਸੂਤਾ, ਕਹਿੰਦੇ ਤਾਂ ਸਭ ਮਾਇਆ ਵਿੱਚ ਸੁੱਤੇ ਪਏ ਆ। ਜਿੰਨੇ ਵੀ ਤਪੇ ਆ, ਤਪ ਕਰਦੇ ਆ, ਸਾਧਨਾਵਾਂ ਕਰਦੇ ਆ। ਮਾਇਆ ਮੈਂ ਕਾਲ ਅਰ ਪੰਚਾ ਦੂਤਾ, ਕਹਿੰਦੇ ਮਾਇਆ ਦਾ ਕਾਲ ਹੈ ਇਹਨਾਂ ਦੇ ਉੱਪਰ, ਮਾਇਆ ਦਾ ਹੁਕਮ ਚੱਲਦਾ। ਇੱਕ ਹੁਕਮ ਪਰਮੇਸ਼ਰ ਦਾ, ਇੱਕ ਮਾਇਆ ਦਾ ਵੀ ਹੈ। ਮਾਇਆ ਦਾ ਹੁਕਮ ਹੈ ਜਿਹੜੇ ਜੀਵ ਆਪਣੀ ਸੋਚ ਨੂੰ ਅੱਗੇ ਰੱਖਦੇ ਆ। ਪਰਮੇਸ਼ਰ ਦਾ ਹੁਕਮ ਹੈ ਜਿਹੜੇ ਗੁਰਮੁਖ ਨੇ ਉਹ ਪਰਮੇਸ਼ਰ ਦੇ ਭਾਣੇ ਨੂੰ ਅੱਗੇ ਰੱਖਦੇ ਆ। ਅੰਗ 650 ਉੱਪਰ ਵੀ ਪਾਤਸ਼ਾਹ ਕਹਿੰਦੇ ਸਿੱਧ ਸਾਧਕ ਨਾਵੈ ਨੋ ਸਭ ਲੋਚਦੇ, ਥੱਕ ਰਹੇ ਲਿਵ ਲਾਏ, ਕਹਿੰਦੇ ਉਹਦਾ ਸਭ ਨਾਵੇ ਨੂੰ ਲੋਚਦੇ ਆ, ਔਰ ਉਹ ਥੱਕ ਗਏ, ਲਿਵ ਲਾ ਕੇ ਕੁਛ ਵੀ ਨਹੀਂ ਮਿਲਿਆ। ਸੋ ਗੁਰਬਾਣੀ ਨੇ ਇਹ ਮੇਰੇ ਮਨਾ ਇਹਨਾਂ ਬਚਨਾਂ ਦੁਆਰਾ ਸਾਰੀ ਸੋਝੀ ਕਰਾਈ ਹੈ ਕਿ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਰ ਆਕਾਸ਼, ਸੁਣਿਆ ਦੀਪ ਲੋ ਪਤਾਲ, ਸੁਣਿਆ ਪਹੁ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਦੀਪ ਲੋ ਪਤਾਲ, ਬੜੇ ਬੜੇ ਦੀਪ ਨੇ, ਉਹਨਾਂ ਦੀਪਾਂ ਦੇ ਵਿੱਚ ਲੋ ਨੇ, ਜੋਤਾਂ ਨੇ ਉੱਥੇ, ਤੇ ਪਤਾਲ ਨੇ, ਡੂੰਘੇ ਤੋਂ ਡੂੰਘੇ ਜਿਹੜੇ ਬਾਹਰ ਮੰਨਦੇ ਆ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦਾ ਜਿਹੜਾ ਦੀਪ ਹੈ, ਉਹਨਾਂ ਦੀ ਜਿਹੜੀ ਲੋ ਹੈ ਉਹ ਆਤਮਾ ਹੈ। ਲੋ ਆਤਮਾ ਹੁੰਦੀ, ਆਤਮਾ ਦੇ ਅੰਦਰ ਵਿਕਾਸ ਹੁੰਦਾ। ਪਤਾਲ ਹੁੰਦਾ ਹਿਰਦਾ, ਪਤਾਲ ਪੁਰੀ ਜੈਕਾਰ ਧੁਨ, ਹਿਰਦੇ ਦੇ ਅੰਦਰ ਹੀ ਪੈਦਾ ਹੁੰਦੀ ਹੈ, ਉੱਥੋਂ ਸੁਣਦੀ ਹੈ, ਇਹਨਾਂ ਨੂੰ ਕਿਤੋਂ ਬਾਹਰੋਂ ਸੁਣਦੀ ਹੈ। ਸੁਣਿਆ ਪਹੁ ਨਾ ਸਕੈ ਕਾਲ, ਕਹਿੰਦੇ ਉਹਦੀ ਨਿਸ਼ਾਨੀ ਹੈ ਵੀ ਜਿਹਨੂੰ ਉਹ ਸੁਣਦੀ ਹੈ ਉਹਨੂੰ ਤਾਂ ਕਾਲ ਪਹੁ ਨਹੀਂ ਸਕਦਾ। ਪਰ ਜਿਨ੍ਹਾਂ ਨੂੰ ਬਾਹਰ ਕੁਝ ਸੁਣਿਆ ਉਹ ਤਾਂ ਕਾਲ ਦੀ ਗ੍ਰਿਫਤ ਹੇਠ ਨੇ, ਉਹਨਾਂ ਨੂੰ ਤਾਂ ਕਾਲ ਨੇ ਖਾ ਲਿਆ। ਪਰ ਜਿਹਨੂੰ ਤੁਰਕੀ ਬਾਣੀ ਸੁਣਦੀ ਹੈ ਉਹਨੂੰ ਕਾਲ ਨਹੀਂ ਕੁਝ ਵੀ ਕਰ ਸਕਦਾ। ਨਾਨਕ ਭਗਤਾਂ ਸਦਾ ਵਿਕਾਸ, ਨਾਨਕ ਜੀ ਕਹਿੰਦੇ ਜਿਹੜੇ ਭਗਤ ਨੇ, ਨਾਨਕ ਜੀ ਸਵੈਮ ਆਪ ਭਗਤ ਹੈ, ਕਹਿੰਦੇ ਸਦਾ ਹੀ ਵਿਕਾਸ ਹੈ। ਕਹਿੰਦੇ ਸਾਨੂੰ ਤਾਂ ਸਦਾ ਹੀ ਵਿਕਾਸ ਹੀ ਹੈ, ਪ੍ਰਸੰਨਤਾ ਹੀ ਪ੍ਰਸੰਨਤਾ ਹੈ, ਆਨੰਦ ਹੀ ਆਨੰਦ ਹੈ, ਕਿਉਂਕਿ ਮਾਇਆ ਹੀ ਨਹੀਂ ਕੋਲ, ਨਿਰਾ ਹੀ ਸੱਚ ਹੈ।
ਸ਼ੁੱਧ ਸਰੂਪ ਨੇ ਤੇ ਸੁਣਿਆ ਦੁੱਖ ਪਾਪ ਕਾ ਨਾਸ। ਉਸ ਵਿਗਾਸ ਦੇ ਸਦਕਾ ਹੀ, ਉਸ ਹੁਕਮ ਦੇ ਸਦਕਾ ਹੀ, ਉਹ ਧੁਰ ਕੀ ਬਾਣੀ ਦੇ ਸਦਕਾ ਹੀ ਦੁੱਖ ਪਾਪ ਕਾ ਨਾਸ ਹੋ। ਦੁੱਖ ਪਾਪ ਕੀ ਹੈ? ਜਿਹੜਾ ਆਪਣਾ ਭਾਣਾ ਹੈ, ਆਪਣੀ ਇੱਛਾ ਹੈ। ਆਪਣੀ ਇੱਛਾ ਹੀ ਦੁੱਖ ਪਾਪ ਹੈ। ਜਿੰਨੀ ਸਾਡੇ ਅੰਦਰ ਸਾਡੀ ਆਪਣੀ ਇੱਛਾ ਵਧੂਗੀ, ਉਨਾ ਹੀ ਸਾਡਾ ਦੁੱਖ ਵੱਧਦਾ ਚਲੇ ਜਾਣਾ। ਸੋ ਹੇ ਮੇਰੇ ਮਨਾ, ਗੁਰਬਾਣੀ ਨੇ ਸਾਰੇ ਪੱਖਾਂ ਤੋਂ ਤੈਨੂੰ ਸਮਝਾਇਆ ਕਿ ਜਿੰਨੇ ਵੀ ਦੀਪ ਨੇ, ਚਾਹੇ ਲੋਹ ਹੈ, ਚਾਹੇ ਪਤਾਲ ਨੇ, ਇਹਨਾਂ ਦੇ ਅੰਦਰ ਜਿਹੜੀ ਜੋਤ ਹੈ ਉਹ ਇੱਕੋ ਹੀ ਹੈ। ਜਿਹਨੂੰ ਸੁਣ ਜਾਂਦਾ ਹੈ ਸ਼ਬਦ ਗੁਰੂ, ਉਹ ਇਹਨਾਂ ਤੋਂ ਬਾਹਰ ਚਲੇ ਜਾਂਦਾ ਹੈ। ਜਿਹਨੂੰ ਸ਼ਬਦ ਗੁਰੂ ਦੀ ਸੋਝੀ ਨਹੀਂ ਆਉਂਦੀ, ਉਹ ਫਿਰ ਇੱਥੇ ਆ ਕੇ ਸੰਸਾਰ 'ਚ ਆਪੋ ਆਪਣੀਆਂ ਗੱਲਾਂ ਬਣਾ ਕੇ ਪੇਸ਼ ਕਰਦੇ ਰਹਿੰਦੇ, ਜਿਵੇਂ ਸਿਮਰ ਸ਼ਾਸਤਰਾਂ ਵਿੱਚ ਬਣਾਇਆ ਗਿਆ। ਕਿਸੇ ਨੇ ਕੁਛ ਕਹਿਤਾ, ਕਿਸੇ ਨੇ ਕੁਛ ਕਹਿਤਾ। ਸੋ ਨਾਮ ਹੈ ਧੁਰ ਕੀ ਬਾਣੀ, ਇਹ ਸੁਣਦੀ ਹੈ ਕੰਨਾਂ ਤੋਂ ਬਿਨਾਂ। ਜਿਵੇਂ ਪਾਤਸ਼ਾਹ ਕਹਿੰਦੇ, ਅੱਖੀਂ ਵਾਜੋਂ ਵੇਖਣਾ ਬਿਨ ਕੰਨੀ ਸੁਣਨਾ। ਇਹ ਨਾਮ ਹੈ, ਇਹਦੇ ਅੰਦਰ ਹੀ ਇਹ ਸਮਰੱਥਾ ਹੈ ਕਿ ਜਿਹਨੂੰ ਇਹ ਸੁਣਦਾ ਕਿ ਪੋਹ ਨਾ ਸਕੇ ਕਾਲ, ਕਿਉਂਕਿ ਉਸ ਨੂੰ ਆਤਮ ਗਿਆਨ ਹੋ ਜਾਂਦਾ ਹੈ। ਉਹ ਖੁਦ ਨੂੰ ਸਰੀਰ ਨਹੀਂ ਮੰਨਦਾ, ਜੋਤ ਸਰੂਪ ਮੰਨਦਾ। ਸ੍ਰੀ ਭਗਤ ਕਬੀਰ ਸਾਹਿਬ ਜੀ ਵੀ ਇਹ ਗੱਲ ਕਹਿੰਦੇ ਆ, ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨੀ ਰਾਮ ਨਾ ਜਾਣਿਆ। ਇਹ ਮੇਰੇ ਮਨਾਂ ਦੇਖ, ਰਾਮ ਨਾ ਜਾਣਿਆ ਲਿਖਿਆ ਹੈ। ਇਹਦਾ ਮਤਲਬ ਰਾਮ ਜਾਣਨ ਦਾ ਵਿਸ਼ਾ ਹੈ। ਰਾਮ ਨੂੰ ਜਾਣਿਆ ਹੀ ਜਾਂਦਾ ਹੈ। ਜਾਣਨ ਹੀ ਅਸੀਂ ਆਏ ਹਾਂ, ਸਾਡੇ ਮੂਲ ਨੂੰ ਜਾਣਨਾ ਹੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ। ਪਛਾਣ, ਉੱਤੇ ਪਛਾਣ ਲਿਖਤਾ, ਇੱਥੇ ਜਾਣ ਲਿਖਤਾ। ਸੋ ਜਿਨ੍ਹਾਂ ਨੇ ਆਪਣੇ ਮੂਲ ਨੂੰ ਜਾਣਿਆ ਨਹੀਂ, ਪਛਾਣਿਆ ਨਹੀਂ, ਉਹ ਬਾਰ-ਬਾਰ ਸੰਸਾਰ ਚਾਹੁੰਦੇ ਨੇ, ਸਰੀਰ ਧਾਰਨ ਕਰ ਲੈਂਦੇ ਆ, ਫਿਰ ਸਰੀਰ ਛੱਡ ਜਾਂਦੇ ਆ, ਫਿਰ ਸਰੀਰ ਧਾਰਨ ਕਰ ਲੈਂਦੇ ਆ, ਫਿਰ ਸਰੀਰ ਛੱਡ ਜਾਂਦੇ ਆ। ਇਸੇ ਤਰ੍ਹਾਂ ਹੀ ਉਹ ਆਪਣਾ ਸਾਰਾ ਜੀਵਨ ਬਤੀਤ ਕਰਦੇ ਰਹਿੰਦੇ ਨੇ। ਸੋ ਸਾਡੇ ਇਤਿਹਾਸ ਦੇ ਵਿੱਚ ਵੀ ਬਹੁਤ ਕੁਝ ਐਸਾ ਹੈ, ਪਰ ਜਿਨ੍ਹਾਂ ਨੇ ਜਾਣਿਆ, ਜਿਵੇਂ ਭਾਈ ਮਤੀ ਦਾਸ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਉਹਨਾਂ ਨੂੰ ਨਾਮ ਮਿਲਿਆ, ਉਹਨਾਂ ਨੇ ਹੁਕਮ ਨੂੰ ਬੁੱਝਿਆ। ਇਸੇ ਕਰਕੇ ਉਹਨਾਂ ਨੇ ਆਪਣੇ ਸਰੀਰ ਵਿੱਚ ਰਹਿੰਦਿਆਂ ਹੀ ਸੰਸਾਰ ਨੂੰ ਇਹ ਸਾਰਾ ਕੁਝ ਦਿਖਾਇਆ ਕਿ ਆਹ ਇਹ ਸੱਚ। ਪਰ ਜਿਨ੍ਹਾਂ ਨੇ ਗੱਲਾਂ ਹੀ ਕੀਤੀਆਂ ਨੇ, ਦਿਖਾਇਆ ਕੁਛ ਨਹੀਂ, ਉਹਨਾਂ ਨੂੰ ਗੁਰਬਾਣੀ ਵੀ ਕਹਿੰਦੀ ਹੈ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਉਹ ਤਾਂ ਖੋਜਦੇ ਹੀ ਰਹੇ ਨੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਤਾਂ ਗੁਰ ਤੋਂ ਪ੍ਰਾਪਤ ਕੀਤਾ ਗੁਰਮੁਖਾਂ ਨੇ, ਪਰ ਉਹ ਖੋਜਦੇ ਰਹੇ, ਮਿਲਿਆ ਹੈ ਨਹੀਂ। ਜੇ ਮਿਲਿਆ ਹੁੰਦਾ ਤਾਂ ਉਹ ਦੱਸ ਕੇ ਵੀ ਜਾਂਦੇ ਵੀ ਅੰਮ੍ਰਿਤ ਆਹ ਹੈ। ਅੰਮ੍ਰਿਤ ਵੀ ਇੱਕ ਬੁਝਾਰਤੀ ਹੈ, ਉਹ ਵੀ ਬੁੱਝਣਾ ਹੀ ਪੈਂਦਾ ਹੈ, ਕਿਉਂਕਿ ਅੰਮ੍ਰਿਤ ਇੱਕੋ ਹੀ ਹੈ, ਹੋਰ ਦੂਜਾ ਅੰਮ੍ਰਿਤ ਨਹੀਂ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਗੁਰਬਾਣੀ ਨੇ ਸਾਰਾ ਕੁਝ ਦੱਸਿਆ ਹੋਇਆ, ਕੋਈ ਵੀ ਗੁਰਬਾਣੀ ਦੀ ਚੀਜ਼ ਲੁਕੀ ਛਿਪੀ ਨਹੀਂ ਹੈ। ਸੋ ਸਾਡੇ ਕੋਲ ਕਥਾ ਕਹਾਣੀਆਂ ਵਾਧੂ ਬਣ ਗਈਆਂ। ਹੇ ਮੇਰੇ ਮਨਾਂ ਤੋਂ ਕਥਾ ਕਹਾਣੀਆਂ ਨਾਲ ਜੁੜ ਗਿਆ, ਤੇ ਕਥਾ ਕਹਾਣੀਆਂ ਦੇ ਵਿੱਚੋਂ ਪ੍ਰਾਪਤੀ ਕੁਛ ਨਹੀਂ ਸੀ। ਲੋਭ ਸੀ, ਲਾਲਚ ਸੀ, ਇੱਛਾਵਾਂ ਸੀ, ਉਹ ਤੇਰੇ ਕੋਲ ਅੱਜ ਵੀ ਹੈਗੀਆਂ ਨੇ। ਜੇ ਤੂੰ ਇਹਨਾਂ ਤੋਂ ਖਹਿੜਾ ਛਡਾਉਣਾ ਚਾਹੁੰਦਾ, ਮੁਕਤ ਹੋਣਾ ਚਾਹੁੰਦਾ, ਤਾਂ ਸਾਰਿਆਂ ਨਾਲੋਂ ਸ੍ਰੇਸ਼ਟ ਹੈ ਕਿ ਤੂੰ ਗੁਰਬਾਣੀ ਤੇ ਭਰੋਸਾ ਕਰ। ਗੁਰਬਾਣੀ ਦਾ ਬਚਨ ਹੈ, ਗੁਰਬਾਣੀ ਕਹਿ। ਤੈਨੂੰ ਗੁਰਬਾਣੀ ਕੁਛ ਕਹਿ ਰਹੀ ਹੈ, ਸੇਵਕ ਜਨ ਮੰਨ। ਤੂੰ ਸੇਵਕ ਬਣ ਕੇ ਇਹਦੀ ਗੱਲ ਨੂੰ ਮੰਨ। ਇਹ ਕਿਸੇ ਚੀਜ਼ ਦੀ ਜਾਣਕਾਰੀ ਹੈ। ਜਨ ਹੁੰਦਾ ਜਾਣਕਾਰੀ, ਇਸ ਜਾਣਕਾਰੀ ਨੂੰ ਲੈਣਾ। ਪ੍ਰਤੱਖ ਗੁਰੂ ਨਿਸਤਾਰੇ। ਫਿਰ ਜਿਹੜਾ ਗੁਰੂ ਹੈ ਉਹ ਤੇਰੇ ਅੱਗੇ ਪ੍ਰਤੱਖ ਹੋ ਜਾਊਗਾ, ਪ੍ਰਤੱਖ ਸਾਹਮਣੇ ਹੋ, ਉਹ ਗੁਰੂ ਆਊਗਾ। ਗੁਰੂ ਹੈ ਪਰਮੇਸ਼ਰ, ਗੁਰੂ ਹੈ ਬਾਣੀ, ਤੇ ਬਾਣੀ ਤੇਰੇ ਸਾਹਮਣੇ ਆ ਜਾਣੀ ਹੈ। ਸੋ ਜਿੰਨਾ ਚਿਰ ਬਾਣੀ ਪ੍ਰਗਟ ਨਹੀਂ ਹੁੰਦੀ, ਉਨਾ ਚਿਰ ਹੇ ਮੇਰੇ ਮਨਾ, ਤੂੰ ਇਸ ਸੰਸਾਰ ਦੇ ਅੰਦਰ ਹੀ ਜੋ ਭਵ ਸਾਗਰ ਹੈ, ਗੇੜੇ ਤੇ ਗੇੜਾ ਦਿੰਦਾ ਰਹੇਗਾ। ਸੋ ਗੁਰਬਾਣੀ ਇਹਨਾਂ ਚੀਜ਼ਾਂ ਦੀ ਸੋਝੀ ਕਰਵਾਉਂਦੀ ਹੈ। ਜੇ ਤੂੰ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰ ਲੇਗਾ ਤਾਂ ਤੇਰਾ ਜੀਵਨ ਸਫਲ ਹੈ। ਜੇ ਤੂੰ ਗੁਰਬਾਣੀ ਤੋਂ ਸੋਝੀ ਨਾ ਪ੍ਰਾਪਤ ਕੀਤੀ ਤਾਂ ਤੇਰਾ ਜੀਵਨ ਅਸਫਲ ਹੈ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸੀ। ਅਗਲੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਫਿਰ ਕੀਤੀ ਜਾਵੇਗੀ।
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।